Hello students, welcome to all. Today we are going to discuss applied mechanics subject. Students, applied mechanics subject एक बहुत ही important subject है। ये subject physics और mathematics ਦਾ combination subject ਹੈ। Students, applied mechanics ਦੀ help ਦੇ ਨਾਲ ਅਸੀਂ ਜੋ ਆਪਣੇ ਆਉਣ ਵਾਲੇ semester ਦੇ ਵਿੱਚ ਹੋਰ subject ਹੋਣਗੇ ਉਹ ਇਸ ਦੇ ਨਾਲ ਬਹੁਤ ਹੀ ਅੱਛੀ ਤਰ੍ਹਾਂ ਜੁੜੇ ਹੋਏ ਨੇ। ਸੋ ਇਹ ਇੱਕ ਫੰਡਾਮੈਂਟਲ ਸਬਜੈਕਟ ਹੈ ਦੂਸਰੇ ਸਬਜੈਕਟਾਂ ਵਾਸਤੇ। ਅਗਰ ਆਪਾਂ ਨੂੰ ਇਸ ਦੀ ਨੌਲੇਜ ਅੱਛੀ ਹੋਏਗੀ ਤਾਂ ਆਪਾਂ ਅਦਰ ਸਬਜੈਕਟ ਵੀ ਅੱਛੀ ਤਰ੍ਹਾਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਸਬਜੈਕਟ ਦੇ ਨਾਲ ਕਿਹੜੇ-ਕਿਹੜੇ ਸਬਜੈਕਟ ਲਿੰਕ ਹੈ। ਸੋ ਇੰਪੋਰਟੈਂਸ ਆਫ ਦਿਸ ਸਬਜੈਕਟ, ਇਸ ਸਬਜੈਕਟ ਦੇ ਨਾਲ ਇਹ ਚਾਰ ਸਬਜੈਕਟ ਲਿੰਕ ਨੇ। ਸੋ ਸਭ ਤੋਂ ਪਹਿਲਾ ਸਬਜੈਕਟ ਹੈ ਮਕੈਨਿਕਸ ਆਫ ਮਟੀਰੀਅਲ, ਜਿਹਨੂੰ ਆਪਾਂ ਸਟਰੈਂਥ ਆਫ ਮਟੀਰੀਅਲ ਵੀ ਕਹਿ ਦਿੰਦੇ ਹਾਂ, ਸੌਮ। ਸੈਕਿੰਡ ਹੈ ਥਿਊਰੀ ਆਫ ਮਸ਼ੀਨਸ, ਜਿਹਨੂੰ ਆਪਾਂ ਟੌਮ ਵੀ ਕਹਿ ਦਿੰਦੇ ਹਾਂ। ਥਰਡ ਹੈ ਫਲੂਇਡ ਮਕੈਨਿਕਸ। ਫੋਰਥ ਹੈ ਮਸ਼ੀਨ ਡਿਜ਼ਾਈਨ। ਸੋ ਅਪਲਾਈਡ ਮਕੈਨਿਕਸ ਦੇ ਸਬਜੈਕਟ ਦੀ ਨੌਲੇਜ ਨਾਲ ਹੀ ਅਸੀਂ ਇਹ ਚਾਰ ਸਬਜੈਕਟ ਜੋ ਹੈ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਆਪਾਂ ਕਿਹੜੇ-ਕਿਹੜੇ ਟੌਪਿਕ ਕਵਰ ਕਰਾਂਗੇ। ਸਭ ਤੋਂ ਪਹਿਲਾ ਟੌਪਿਕ ਹੈ ਕਨਸੈਪਟ ਆਫ ਇੰਜੀਨੀਅਰਿੰਗ ਮਕੈਨਿਕਸ। ਇਸ ਦੇ ਵਿੱਚ ਆਪਾਂ ਦੇਖਾਂਗੇ ਮਕੈਨਿਕਸ ਆਫ ਇੰਜੀਨੀਅਰਿੰਗ ਮਕੈਨਿਕਸ ਦੇ ਵਿੱਚ ਕੀ ਡਿਫਰੈਂਸ ਹੈ ਔਰ ਇੰਜੀਨੀਅਰਿੰਗ ਮਕੈਨਿਕਸ ਦੀਆਂ ਕੀ ਟਾਈਪਸ ਨੇ। ਸੈਕਿੰਡ ਹੈ ਸਟੈਟਿਕ ਐਂਡ ਡਾਇਨਾਮਿਕ। ਇਸ ਦੇ ਵਿੱਚ ਆਪਾਂ ਸਟੈਟਿਕ ਐਂਡ ਡਾਇਨਾਮਿਕਸ ਦੀਆਂ ਡੈਫੀਨੇਸ਼ਨਸ ਔਰ ਡਾਇਨਾਮਿਕ ਦੀਆਂ ਟਾਈਪਸ। ਥਰਡ ਹੈ ਪ੍ਰੈਕਟੀਕਲ ਐਪਲੀਕੇਸ਼ਨ ਆਫ ਇੰਜੀਨੀਅਰਿੰਗ ਮਕੈਨਿਕਸ। ਡੇਲੀ ਲਾਈਫ ਦੇ ਵਿੱਚ ਕੀ ਐਪਲੀਕੇਸ਼ਨ ਹੈ ਇੰਜੀਨੀਅਰਿੰਗ ਮਕੈਨਿਕਸ ਦੀਆਂ ਉਹ ਆਪਾਂ ਇਸ ਦੇ ਵਿੱਚ ਦੇਖਾਂਗੇ। ਫੋਰਥ ਹੈ ਰਿਜਿਡ ਬੋਡੀ ਐਂਡ ਡਿਫੋਰਮੇਬਲ ਬੋਡੀ। ਫਿਫਥ ਹੈ ਫੰਡਾਮੈਂਟਲ ਕੁਆਂਟਿਟੀ ਐਂਡ ਡਰਾਈ ਕੁਆਂਟਿਟੀ। ਸਿਕਸਥ ਹੈ ਫੰਡਾਮੈਂਟਲ ਯੂਨਿਟਸ ਐਂਡ ਡਰਾਈਵ ਯੂਨਿਟਸ। ਸੈਵਨਥ ਹੈ ਸਿਸਟਮ ਆਫ ਯੂਨਿਟਸ। ਸੋ ਇਹ 7 ਟੌਪਿਕਸ ਹੈ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਸਾਰੇ ਅੱਛੀ ਤਰ੍ਹਾਂ ਕਵਰ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਇੰਜੀਨੀਅਰਿੰਗ ਮਕੈਨਿਕਸ ਦੀਆਂ ਕੀ ਬ੍ਰਾਂਚਸ ਨੇ। ਬੇਸਿਕਲੀ ਇੰਜੀਨੀਅਰਿੰਗ ਮਕੈਨਿਕਸ ਨੂੰ ਅਸੀਂ ਦੋ ਬ੍ਰਾਂਚਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਜੋ ਫਸਟ ਬ੍ਰਾਂਚ ਹੈ ਉਹ ਹੈ ਮਕੈਨਿਕਸ ਆਫ ਸੋਲਿਡਸ, ਜਿਸ ਨੂੰ ਆਪਾਂ ਸਟਰੈਂਥ ਆਫ ਮਟੀਰੀਅਲ ਵੀ ਕਹਿ ਦਿੰਦੇ ਹਾਂ। ਸੈਕਿੰਡ ਬ੍ਰਾਂਚ ਹੈ ਇੰਜੀਨੀਅਰਿੰਗ ਮਕੈਨਿਕਸ ਦੀ ਮਕੈਨਿਕਸ ਆਫ ਫਲੂਇਡ। ਓਕੇ, ਮਕੈਨਿਕਸ ਆਫ ਸੋਲਿਡ ਨੂੰ ਅਸੀਂ ਅੱਗੇ ਦੋ ਫਰਦਰ ਟੂ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇੱਕ ਹੈ ਰਿਜਿਡ ਬੋਡੀ, ਸੈਕਿੰਡ ਹੈ ਡਿਫੋਰਮੇਬਲ ਬੋਡੀ। ਜੋ ਰਿਜਿਡ ਬੋਡੀਜ਼ ਹੈ ਉਸਦਾ ਮੀਨਿੰਗ ਕੀ ਹੈ, ਜੋ ਬੋਡੀ ਦੀ ਅਗਰ ਆਪਾਂ ਫੋਰਸ ਲਗਾਵਾਂਗੇ ਜਿਸ ਬੋਡੀ ਦੇ ਆਬਜੈਕਟ ਤੇ ਤਾਂ ਅਗਰ ਉਸ ਬੋਡੀ ਦਾ ਸ਼ੇਪ ਔਰ ਸਾਈਜ਼ ਚੇਂਜ ਨਹੀਂ ਹੋਏਗਾ ਤਾਂ ਆਪਾਂ ਕਹਾਂਗੇ ਉਸ ਬੋਡੀ ਹੈ ਰਿਜਿਡ ਬੋਡੀ। ਡਿਫੋਰਮੇਬਲ ਬੋਡੀ ਦੇ ਵਿੱਚ ਕੀ ਹੋਏਗਾ, ਉਸ ਬੋਡੀ ਦਾ ਫੋਰਸ ਲਗਾਉਣ ਤੋਂ ਬਾਅਦ ਸਾਈਜ਼ ਔਰ ਸ਼ੇਪ ਚੇਂਜ ਹੋ ਜਾਏਗਾ। ਆਪਣੇ ਇੰਜੀਨੀਅਰਿੰਗ ਮਕੈਨਿਕਸ ਦੇ ਵਿੱਚ ਅਸੀਂ ਜੋ ਬੋਡੀਜ਼ ਮੰਨ ਕੇ ਚੱਲਦੇ ਹਾਂ, ਆਬਜੈਕਟ ਮੰਨ ਕੇ ਚੱਲਦੇ ਹਾਂ, ਉਹ ਆਪਾਂ ਮੰਨ ਕੇ ਚੱਲਦੇ ਹਾਂ ਸਾਰੀ ਬੋਡੀ ਜੋ ਹੈ ਰਿਜਿਡ ਬੋਡੀ ਹੈ। ਉਹਨਾਂ ਬੋਡੀਜ਼ ਦਾ ਕੋਈ ਵੀ ਫੋਰਸ ਲਗਾਉਣ ਤੋਂ ਬਾਅਦ ਸਾਈਜ਼ ਚੇਂਜ ਨਹੀਂ ਹੋਏਗਾ। ਓਕੇ, ਸੋ ਰਿਜਿਡ ਬੋਡੀਜ਼ ਨੂੰ ਅੱਗੇ ਆਪਾਂ ਦੋ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੈ, ਸਟੈਟਿਕ ਐਂਡ ਡਾਇਨਾਮਿਕ। ਉਹ ਆਪਾਂ ਫਰਦਰ ਇਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ। ਸੋ ਡਿਫੋਰਮਲ ਬੋਡੀ ਆਪਾਂ ਕਿਹਦੇ ਵਿੱਚ ਪੜ੍ਹਦੇ ਹਾਂ, ਸਟਰੈਂਥ ਆਫ ਮਟੀਰੀਅਲ ਸਬਜੈਕਟ ਦੇ ਵਿੱਚ ਪੜ੍ਹਦੇ ਹਾਂ। ਥਿਊਰੀ ਆਫ ਇਲਾਸਟੀਸਿਟੀ ਇਹ ਸਾਰੀਆਂ ਡਿਫੋਰਮਲ ਬੋਡੀ ਦੀਆਂ ਐਗਜ਼ਾਮਪਲਸ ਨੇ। ਇਹਨਾਂ ਤਿੰਨਾਂ ਦੇ ਵਿੱਚ ਅਸੀਂ ਡਿਫੋਰਮਲ ਬੋਡੀ ਮੰਨ ਕੇ ਚੱਲਦੇ ਹਾਂ ਸਬਜੈਕਟ ਦੇ ਵਿੱਚ। ਸੋ ਉਸ ਤੋਂ ਬਾਅਦ ਹੈ ਮਕੈਨਿਕਸ ਆਫ ਫਲੂਇਡ। ਮਕੈਨਿਕਸ ਆਫ ਫਲੂਇਡ ਦੇ ਵਿੱਚ ਅਸੀਂ ਇਹ ਤਿੰਨ ਟਾਈਪ ਦੇ ਫਲੂਇਡ ਦੇ ਬਾਰੇ ਪੜ੍ਹਦੇ ਹਾਂ, ਆਈਡਲ ਫਲੂਇਡ, ਵਿਸਕਸ ਫਲੂਇਡ, ਕੰਪਰੈਸਿਬਲ ਫਲੂਇਡ। ਓਕੇ, ਸੋ ਉਸ ਤੋਂ ਆਪਾਂ ਦੇਖਦੇ ਹਾਂ ਮਕੈਨਿਕਸ ਕੀ ਹੈ। ਸਟੂਡੈਂਟਸ, ਮਕੈਨਿਕਸ ਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਕਿਸੇ ਵੀ ਆਬਜੈਕਟ ਦੇ ਉੱਪਰ ਕੋਈ ਫੋਰਸ ਲੱਗ ਰਹੀ ਹੈ ਤਾਂ ਉਸ ਫੋਰਸ ਦਾ ਉਸ ਆਬਜੈਕਟ ਦੇ ਉੱਪਰ ਕੀ ਰਿਜ਼ਲਟ ਆਏਗਾ। ਆਬਜੈਕਟ ਜੋ ਹੈ ਰੈਸਟ 'ਤੇ ਹੋਏਗੀ ਜਾਂ ਮੋਸ਼ਨ ਦੇ ਵਿੱਚ ਹੋਏਗੀ। ਇਹ ਸਭ ਜੋ ਚੀਜ਼ ਹੈ ਆਪਾਂ ਮਕੈਨਿਕਸ ਦੇ ਵਿੱਚ ਪੜ੍ਹਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਕੈਨਿਕਸ ਦੀ ਕੀ ਡੈਫੀਨੇਸ਼ਨ ਹੈ। Mechanics is the science which describe the condition of rest or motion of bodies under the action of forces. So ਕੋਈ ਵੀ ਬੋਡੀ ਦੇ ਉੱਪਰ ਕੋਈ ਫੋਰਸ ਲੱਗ ਰਹੀ ਹੈ ਆਪਾਂ ਮਕੈਨਿਕਸ ਤੋਂ ਹੀ ਪਤਾ ਲੱਗਾਂਗੇ ਉਹ ਬੋਡੀ ਰੈਸਟ ਤੇ ਹੋਏਗੀ ਜਾਂ ਮੋਸ਼ਨ ਦੇ ਵਿੱਚ ਹੋਏਗੀ। ਸੋ ਇਸ ਤੋਂ ਆਪਾਂ ਨੂੰ ਕੀ ਪਤਾ ਲੱਗੇਗਾ, ਉਸ ਫੋਰਸ ਦਾ ਕੀ ਨੈਟ ਰਿਜ਼ਲਟ ਹੈ। ਸੋ ਨੈਕਸਟ ਹੈ ਅਪਲਾਈਡ ਔਰ ਇੰਜੀਨੀਅਰਿੰਗ ਮਕੈਨਿਕਸ। ਇਹ ਕੀ ਹੈ ਸਟੂਡੈਂਟਸ, ਜੋ ਮਕੈਨਿਕਸ ਦੇ ਵਿੱਚ ਅਸੀਂ ਲਾ ਜਾਂ ਕਨਸੈਪਟ ਪੜ੍ਹੇ ਹੋਣਗੇ ਥਿਓਰੈਟੀਕਲੀ, ਉਹ ਆਪਾਂ ਇੰਜੀਨੀਅਰਿੰਗ ਪ੍ਰੋਬਲਮਸ ਦੇ ਲਈ ਸੋਲੂਸ਼ਨ ਦੇ ਲਈ ਆਪਾਂ ਇਸ ਦੇ ਵਿੱਚ ਅਪਲਾਈ ਕਰਾਂਗੇ। ਤਾਂ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਅਪਲਾਈ ਔਰ ਇੰਜੀਨੀਅਰਿੰਗ ਮਕੈਨਿਕਸ।
Engineering mechanics deals with the study of application of different law of mechanics applied to the solution of engineering problems। जो भी इंजीनियरिंग प्रॉब्लम है उसके ਸੋਲੂਸ਼ਨ ਲਈ ਆਪਾਂ ਜੋ ਮਕੈਨਿਕਸ ਦੇ ਲਾ ਇਸ ਤੇ ਅਪਲਾਈ ਕਰ ਰਹੇ ਹਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਇੰਜੀਨੀਅਰਿੰਗ ਮਕੈਨਿਕਸ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੰਜੀਨੀਅਰਿੰਗ ਮਕੈਨਿਕਸ ਦੀਆਂ ਕੀ ਟਾਈਪਸ। ਸਟੂਡੈਂਟਸ ਇੰਜੀਨੀਅਰਿੰਗ ਮਕੈਨਿਕਸ ਨੂੰ ਅਸੀਂ ਟੂ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਇੱਕ ਹੈ ਸਟੈਟਿਕ, ਸੈਕਿੰਡ ਹੈ ਡਾਇਨਾਮਿਕਸ। ਸਟੈਟਿਕ ਦੇ ਵਿੱਚ ਆਪਾਂ ਡੀਲ ਕਰਾਂਗੇ ਬੋਡੀਜ਼ ਜੋ ਹੋਣਗੀਆਂ ਰੈਸਟ ਤੇ, ਡਾਇਨਾਮਿਕਸ ਨੂੰ ਆਪਾਂ ਡੀਲ ਕਰਾਂਗੇ ਜੋ ਬੋਡੀਜ਼ ਹੋਣਗੀਆਂ ਮੋਸ਼ਨ ਦੇ ਵਿੱਚ। डायनामिक्स ਨੂੰ ਅਸੀਂ ਅੱਗੇ ਫਰਦਰ ਡਿਵਾਈਡ ਕੀਤਾ ਹੋਇਆ ਕਾਈਨੈਮੈਟਿਕਸ ਔਰ ਕਾਈਨੈਟਿਕ। ਸੋ ਇਹ ਸਭ ਜੋ ਹੈ ਸਟੈਟਿਕ ਡਾਇਨਾਮਿਕ ਇਸ ਨੂੰ ਆਪਾਂ ਅੱਗੇ ਫਰਦਰ ਐਕਸਪਲੇਨ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਹੈ ਸਟੈਟਿਕਸ। ਸਟੈਟਿਕ ਕੀ ਹੈ? ਇਟ ਇਜ਼ that branch of engineering mechanics which deals with the forces and their effects while acting upon the bodies at rest। ਜਦੋਂ ਕਿਸੇ ਵੀ ਆਬਜੈਕਟ ਜਾਂ ਬੋਡੀ ਤੇ ਕੋਈ ਫੋਰਸ ਲੱਗ ਰਹੀ ਹੋਏਗੀ ਉਹਨਾਂ ਫੋਰਸਿਸ ਦਾ ਨੈਟ ਇਫੈਕਟ ਕੀ ਹੋਏਗਾ ਜਾਂ ਨੈਟ ਰਿਜ਼ਲਟ ਕੀ ਹੋਏਗਾ, ਤਾਂ ਉਹਨਾਂ ਫੋਰਸਿਸ ਦਾ ਨੈਟ ਰਿਜ਼ਲਟ ਕੀ ਹੋਏਗਾ ਜ਼ੀਰੋ, ਕਿਉਂਕਿ ਉਹ ਬੋਡੀ ਹਮੇਸ਼ਾ ਰੈਸਟ ਤੇ ਹੋਏਗੀ ਸਟੈਟਿਕ ਦੇ ਵਿੱਚ। ਸੋ ਇਸ ਨੂੰ ਆਪਾਂ ਇਸ ਫਿਗਰ ਦੇ ਜ਼ਰੀਏ ਐਕਸਪਲੇਨ ਕਰਦੇ ਹਾਂ। ਜੋ ਫਸਟ ਫਿਗਰ ਦੇ ਵਿੱਚ ਹੈ ਦੋ ਪਰਸਨ ਇਸ ਡੋਰ ਨੂੰ ਓਪੋਜਿਟ ਡਾਇਰੈਕਸ਼ਨ ਦੇ ਵਿੱਚ ਪੁਸ਼ ਕਰ ਰਹੇ ਹੈ। ਅਗਰ ਇਹਨਾਂ ਦੋਨੋਂ ਪਰਸਨ ਦੀ ਜੋ ਫੋਰਸ ਹੈ ਇਕੁਅਲ ਹੋਏਗੀ ਤਾਂ ਜੋ ਡੋਰ ਹੈ ਜੋ ਰੈਸਟ ਤੇ ਰਹੇਗਾ। ਇਸੇ ਤਰ੍ਹਾਂ ਸੈਕਿੰਡ ਫਿਗਰ ਦੇ ਵਿੱਚ ਦੋ ਪਰਸਨ ਇਸ ਬਲੋਕ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਪੁਸ਼ ਕਰ ਰਹੇ ਆ। ਅਗਰ ਇਹਨਾਂ ਦੋਨੋਂ ਪਰਸਨ ਦੀ ਫੋਰਸ ਜੋ ਇਕੁਅਲ ਹੋਏਗੀ ਤਾਂ ਇਹ ਬਲੋਕ ਕੀ ਰਹੇਗਾ ਰੈਸਟ ਤੇ ਹੋਏਗਾ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਇਹਨਾਂ ਜੋ ਦੋਨੋਂ ਫਿਗਰ ਦੇ ਵਿੱਚ ਕੀ ਸੀ, ਜੋ ਦੋਨੇ ਫੋਰਸਸ ਲੱਗ ਰਹੀਆਂ ਉਹਨਾਂ ਦਾ ਨੈਟ ਰਿਜ਼ਲਟ ਕੀ ਹੈ ਜ਼ੀਰੋ, ਤਾਂ ਕਰਕੇ ਜੋ ਬੋਡੀ ਹੈ ਰੈਸਟ ਤੇ ਰਹੇਗੀ। ਇਸ ਤੋਂ ਇਲਾਵਾ ਆਪਾਂ ਇਸ ਦੀ ਕੋਈ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਕੋਈ ਆਪਣੇ ਟੇਬਲ ਤੇ ਕੋਈ ਬੁੱਕ ਪੜ੍ਹੀ ਹੈ, ਬੁੱਕ ਜੋ ਹੋਊਗੀ ਰੈਸਟ ਤੇ ਹੋਏਗੀ, ਕਿਉਂਕਿ ਇੱਕ ਪਾਸੇ ਆਪਾਂ ਨੂੰ ਮੰਨ ਲਓ ਗ੍ਰੈਵੀਟੇਸ਼ਨ ਫੋਰਸ ਲੱਗ ਰਹੀ ਹੈ ਤਾਂ ਉਸ ਬੁੱਕ ਤੇ ਇੱਕ ਦੂਸਰੀ ਸਾਈਡ ਤੇ ਆਪਾਂ ਨੂੰ ਨਾਰਮਲ ਰਿਐਕਸ਼ਨ ਵੀ ਮਿਲ ਰਹੀ ਹੈ, ਤਾਂ ਕਰਕੇ ਜੋ ਬੁੱਕ ਹੋਏਗੀ ਰੈਸਟ ਤੇ ਹੋਏਗੀ। ਸੋ ਇਹ ਹੈ ਸਟੈਟਿਕਸ। ਇਸ ਤੋਂ ਬਾਅਦ ਹੈ ਡਾਇਨਾਮਿਕਸ। ਇਸ ਦੇ ਵਿੱਚ ਕੀ ਹੈ? ਇਟ ਇਜ਼ that branch of engineering mechanics which deals with the forces and their effects while acting upon the bodies in motion। ਜਦੋਂ ਕੋਈ ਬੋਡੀ ਮੋਸ਼ਨ ਦੇ ਵਿੱਚ ਹੋਏਗੀ ਆਪਾਂ ਡਾਇਨਾਮਿਕਸ ਦੇ ਵਿੱਚ ਉਸ ਨੂੰ ਡੀਲ ਕਰਾਂਗੇ। The subject of dynamics may be further subdivided into following two branches। ਇਸ ਨੂੰ ਦੋ ਬ੍ਰਾਂਚਸ ਦੇ ਵਿੱਚ ਡਿਵਾਈਡ ਕੀਤਾ ਹੋਇਆ, ਕਾਈਨੈਮੈਟਿਕ, ਸੈਕਿੰਡ ਹੈ ਕਾਈਨੈਟਿਕ। ਸੋ ਪਹਿਲਾਂ ਦੇਖਦੇ ਹਾਂ ਆਪਾਂ ਕਾਈਨੈਮੈਟਿਕ। ਕਾਈਨੈਮੈਟਿਕ ਦੇ ਵਿੱਚ ਕੀ ਹੈ? It is that branch of dynamics which deals with the bodies in motion without any reference to the forces which are responsible for the motion। ਇਹਦੇ ਵਿੱਚ ਕੀ ਹੈ? ਆਪਾਂ ਮੰਨ ਕੇ ਚੱਲਾਂਗੇ ਜੋ ਫੋਰਸ ਲੱਗ ਰਹੀ ਹੈ ਮੋਸ਼ਨ ਦੇ ਵਿੱਚ ਤਾਂ ਹੈ, ਲੇਕਿਨ ਆਪਾਂ ਜੋ ਉਸ ਮੋਸ਼ਨ ਦਾ ਕੀ ਕਰਨਾ ਹੈ, ਕਿਹੜੀਆਂ ਫੋਰਸਸ ਲੱਗ ਰਹੀਆਂ ਆਪਾਂ ਉਹਨਾਂ ਫੋਰਸਸ ਨੂੰ ਨਹੀਂ ਕੰਸੀਡਰ ਕਰਾਂਗੇ। ਜਿਵੇਂ ਕਿ ਆਪਾਂ ਇਸ ਫਿਗਰ ਦੇ ਜਿਹੜੀ ਐਕਸਪਲੇਨ ਕਰਦੇ ਹਾਂ, ਇੱਕ ਪਰਸਨ ਨੇ ਇੱਥੋਂ ਇੱਕ ਬੋਲ ਨੂੰ ਡ੍ਰੌਪ ਕਰਤਾ। ਹੁਣ ਦੇਖੋ ਇਸ ਬੋਲ ਦੀ 1 ਸੈਕਿੰਡ ਦੇ ਬਾਅਦ ਵੈਲੋਸਿਟੀ ਕੀ ਹੋਏਗੀ, 2 ਸੈਕਿੰਡ ਦੇ ਬਾਅਦ ਵੈਲੋਸਿਟੀ ਕੀ ਹੋਏਗੀ, 3 ਸੈਕਿੰਡ ਤੋਂ ਬਾਅਦ ਵੈਲੋਸਿਟੀ ਜਾਂ ਐਕਸੀਲਰੇਸ਼ਨ ਕੀ ਹੋਏਗੀ, ਆਪਾਂ ਇਸ ਦੇ ਵਿੱਚ ਉਹ ਦੇਖਾਂਗੇ। ਲੇਕਿਨ ਇਸ ਦੇ ਉੱਪਰ ਕਿਹੜੀਆਂ ਫੋਰਸਸ ਲੱਗ ਰਹੀਆਂ ਉਹ ਇਸ ਦੇ ਵਿੱਚ ਆਪਾਂ ਨਹੀਂ ਸਟੱਡੀ ਕਰਾਂਗੇ। ਸੋ ਇਹ ਹੈ ਕਾਈਨੈਮੈਟਿਕਸ। ਸੈਕਿੰਡ ਹੈ ਕਾਈਨੈਟਿਕਸ। ਕਾਈਨੈਟਿਕਸ ਦੇ ਵਿੱਚ ਕੀ ਹੋਏਗਾ? ਇਟ ਇਜ਼ that branch of dynamics which deals with the bodies in motion considering the forces which cause that motion। ਇਸ ਦੇ ਵਿੱਚ ਕੀ ਹੈ? ਆਪਾਂ ਜੋ ਫੋਰਸਸ ਲੱਗ ਰਹੀਆਂ ਜਿਸ ਦੇ ਕਾਰਨ ਬੋਡੀ ਮੋਸ਼ਨ ਦੇ ਵਿੱਚ ਹੈ ਉਸ ਨੂੰ ਵੀ ਆਪਾਂ ਇਸ ਦੇ ਵਿੱਚ ਕੰਸੀਡਰ ਕਰਾਂਗੇ, ਉਸ ਦੀ ਵੀ ਇਸ ਦੇ ਵਿੱਚ ਆਪਾਂ ਸਟੱਡੀ ਕਰਾਂਗੇ। ਜਿਵੇਂ ਕਿ ਫਿਗਰ ਦੇ ਵਿੱਚ ਹੈ ਇੱਕ ਪਰਸਨ ਜੋ ਹੈ ਬਲੋਕ ਨੂੰ ਪੁਸ਼ ਕਰ ਰਿਹਾ ਹੈ। ਜਦੋਂ ਇਹ ਪਰਸਨ ਬਲੋਕ ਨੂੰ ਪੁਸ਼ ਕਰੇਗਾ ਤਾਂ ਕਰਕੇ ਉਸ ਟਾਈਮ ਤੇ ਕਈ ਹੋਰ ਫੋਰਸਸ ਜੋ ਹੈ ਇਫੈਕਟ ਦੇ ਵਿੱਚ ਆ ਜਾਣਗੀਆਂ। ਜੋ ਸਾਰੀ ਫੋਰਸਸ ਹੋਣਗੀਆਂ ਆਪਾਂ ਇਹ ਸਭ ਨੂੰ ਕੰਸੀਡਰ ਕਰਾਂਗੇ, ਇਸ ਦੀ ਸਟੱਡੀ ਕਰਾਂਗੇ ਕਾਈਨੈਟਿਕਸ ਦੇ ਵਿੱਚ। ਕਾਈਨੈਮੈਟਿਕਸ ਦੇ ਵਿੱਚ ਕੀ ਸੀਗਾ? ਸਿਰਫ ਆਪਾਂ ਮੋਸ਼ਨ ਨੂੰ ਕੰਸੀਡਰ ਕਰ ਰਹੇ ਸੀ, ਫੋਰਸ ਨੂੰ ਨਹੀਂ ਕਰ ਰਹੇ ਸੀ। ਕਾਈਨੈਟਿਕ ਦੇ ਵਿੱਚ ਕੀ ਹੈ? ਆਪਾਂ ਮੋਸ਼ਨ ਔਰ ਫੋਰਸ ਦੋਨੋਂ ਕੰਸੀਡਰ ਕਰਾਂਗੇ। ਸੋ ਨੈਕਸਟ ਟੌਪਿਕ ਹੈ ਪ੍ਰੈਕਟੀਕਲ ਐਪਲੀਕੇਸ਼ਨ ਆਫ ਇੰਜੀਨੀਅਰਿੰਗ ਮਕੈਨਿਕਸ। ਇੰਜੀਨੀਅਰਿੰਗ ਮਕੈਨਿਕਸ ਦੀ ਪ੍ਰੈਕਟੀਕਲ ਫੀਲਡ ਦੇ ਵਿੱਚ ਕੀ ਐਪਲੀਕੇਸ਼ਨ ਹੈ? ਸੋ ਸਭ ਤੋਂ ਪਹਿਲਾਂ ਹੈ ਦਾ ਸਟ੍ਰੈਸਸ ਇਨ ਸ਼ਾਫਟਸ ਐਂਡ ਮਸ਼ੀਨਸ। ਜੋ ਆਪਾਂ ਮਸ਼ੀਨਸ ਦੇ ਡਿਜ਼ਾਈਨ ਕਰਨੇ ਹੁੰਦੇ ਆ ਤਾਂ ਆਪਾਂ ਉਸ ਦੇ ਸਟ੍ਰੈਸਸ ਕੈਲਕੂਲੇਟ ਕਰਨੀਆਂ ਹੁੰਦੀਆਂ। ਸੋ ਇੰਜੀਨੀਅਰਿੰਗ ਮਕੈਨਿਕਸ ਦੀ ਹੈਲਪ ਦੇ ਨਾਲ ਆਪਾਂ ਸਟ੍ਰੈਸਸ ਨੂੰ ਕੈਲਕੂਲੇਟ ਕਰਨਾ ਆਸਾਨੀ ਨਾਲ ਕਰ ਸਕਦੇ ਹਾਂ। ਸੈਕਿੰਡ ਹੈ ਦਾ ਬਿਯੋਂਡ ਫੋਰਸਸ ਇਨ ਏਅਰ ਐਂਡ ਵਾਟਰ। ਫਲੂਇਡ ਐਂਡ ਨੋਮੈਟਿਕਸ ਸਬਜੈਕਟ ਦੇ ਵਿੱਚ ਅਸੀਂ ਬਿਯੋਂਡ ਫੋਰਸਸ ਦੀ ਕੈਲਕੂਲੇਸ਼ਨ ਕਰਨੀ ਹੁੰਦੀ ਹੈ,
ਸੋ ਇਹ ਵੀ ਆਪਾਂ ਇੰਜੀਨੀਅਰਿੰਗ ਮਕੈਨਿਕਸ ਦੀ ਹੈਲਪ ਦੇ ਨਾਲ ਕਰ ਸਕਦੇ ਹਾਂ। ਥਰਡ ਹੈ ਦ ਮੋਸ਼ਨ ਆਫ ਵਹੀਕਲਸ, ਵਹੀਕਲ ਦੇ ਮੋਸ਼ਨ ਦੀ ਸਟੱਡੀ ਕਰਨਾ, ਇਹ ਵੀ ਆਪਾਂ ਇੰਜੀਨੀਅਰਿੰਗ ਮਕੈਨਿਕਸ ਦੀ ਹੈਲਪ ਦੇ ਨਾਲ ਕਰ ਸਕਦੇ ਹਾਂ। ਦ ਫੋਰਥ ਹੈ ਦ ਡਿਜ਼ਾਈਨ ਆਫ ਬਿਲਡਿੰਗਸ, ਸਿਵਲ ਇੰਜੀਨੀਅਰਿੰਗ ਦੁਆਰਾ ਜੋ ਬਿਲਡਿੰਗਸ ਦਾ ਡਿਜ਼ਾਈਨ ਕਰਦੇ ਆ ਉਹ ਵੀ ਇੰਜੀਨੀਅਰਿੰਗ ਮਕੈਨਿਕਸ ਦੀ ਹੈਲਪ ਦੇ ਨਾਲ ਹੀ ਕਰਦੇ ਆ। ਫਿਫਥ ਹੈ ਦ ਮੋਸ਼ਨ ਆਫ ਬੋਟ ਇਨ ਦ ਸੀ, ਸਮੁੰਦਰ ਦੇ ਵਿੱਚ ਜੋ ਬੋਟ ਦਾ ਮੋਸ਼ਨ ਹੈ ਉਸ ਦੀ ਸਟੱਡੀ ਕਰਨਾ, ਉਹ ਸਾਰਾ ਕੁਝ ਕਰਨਾ, ਉਹ ਵੀ ਆਪਾਂ ਇੰਜੀਨੀਅਰਿੰਗ ਮਕੈਨਿਕਸ ਦੀ ਹੈਲਪ ਦੇ ਨਾਲ ਹੀ ਕਰਦੇ ਹਾਂ। ਸੋ ਸਟੂਡੈਂਟਸ, ਇੰਜੀਨੀਅਰਿੰਗ ਮਕੈਨਿਕਸ ਦੀ ਪ੍ਰੈਕਟੀਕਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਐਪਲੀਕੇਸ਼ਨਸ ਹੈ। ਸੋ ਇਸ ਦੀ ਸਟੱਡੀ ਦੇ ਬਿਨਾਂ ਉਹ ਸਬਜੈਕਟ ਦੀ ਸਟੱਡੀ ਤੇ ਪ੍ਰੈਕਟੀਕਲ ਫੀਲਡ ਦੇ ਵਿੱਚ ਆਪਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਏਗੀ। ਸੋ ਇਹ ਹੈ ਆਪਣੀਆਂ ਪ੍ਰੈਕਟੀਕਲ ਐਪਲੀਕੇਸ਼ਨ ਇੰਜੀਨੀਅਰਿੰਗ ਮਕੈਨਿਕਸ ਦੀਆਂ। ਨੈਕਸਟ ਹੈ ਰਿਜਿਡ ਬੋਡੀ ਔਰ ਡਿਫਾਰਮਲ ਬੋਡੀ ਦੇ ਵਿੱਚ ਕੀ ਡਿਫਰੈਂਸ ਹੈ। ਆਪਾਂ ਪਹਿਲਾਂ ਪੜ੍ਹਿਆ ਸੀ ਇਸ ਦੇ ਵਿੱਚ ਰਿਜਿਡ ਬੋਡੀ ਆਪਾਂ ਮੰਨ ਕੇ ਚੱਲਦੇ ਹਾਂ ਇੰਜੀਨੀਅਰਿੰਗ ਮਕੈਨਿਕਸ ਦੇ ਵਿੱਚ ਜੋ ਵੀ ਬੋਡੀਜ਼ ਹੁੰਦੀਆਂ ਰਿਜਿਡ ਬੋਡੀ ਹੁੰਦੀਆਂ। ਸੋ ਇਸ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਕੀ ਫਰਕ ਹੈ। A rigid body is defined as body which does not change shape or size when acted upon by external force। ਇਹ ਕੀ ਹੈ, ਜਦੋਂ ਕਹਿੰਦੇ ਕਿਸੇ ਬੋਡੀ ਦੇ ਆਪਾਂ ਵੀ ਐਕਸਟਰਨਲ ਫੋਰਸ ਲਗਾਵਾਂਗੇ, ਅਗਰ ਉਸ ਬੋਡੀ ਦਾ ਸ਼ੇਪ ਜਾਂ ਸਾਈਜ਼ ਚੇਂਜ ਨਹੀਂ ਕਰੇਗਾ ਤਾਂ ਆਪਾਂ ਕਹਾਂਗੇ ਇਹ ਰਿਜਿਡ ਬੋਡੀ ਹੈ। In applied mechanics, we assume the body are rigid body। ਸਾਰੀ all bodies are rigid body। ਆਪਾਂ ਇੰਜੀਨੀਅਰਿੰਗ ਮਕੈਨਿਕਸ ਦੇ ਵਿੱਚ ਮੰਨ ਕੇ ਚੱਲਦੇ ਹਾਂ ਜਾਂ ਅਪਲਾਈਡ ਮਕੈਨਿਕਸ ਦੇ ਵਿੱਚ ਮੰਨ ਕੇ ਚੱਲਦੇ ਹਾਂ ਜੋ ਵੀ ਬੋਡੀਜ਼ ਹੈ ਰਿਜਿਡ ਬੋਡੀ ਹੈ। ਸੋ ਨੈਕਸਟ ਹੈ a deformable body is defined as any object that changes its shape and or volume while being acted upon by any kind of external force। ਇਸਦੇ ਵਿੱਚ ਕੀ ਹੈ, ਜਦੋਂ ਵੀ ਕਿਸੇ ਆਬਜੈਕਟ ਦੇ ਉੱਪਰ ਆਪਾਂ ਕੋਈ ਐਕਸਟਰਨਲ ਫੋਰਸ ਲਗਾਵਾਂਗੇ, ਅਗਰ ਉਸ ਬੋਡੀ ਦਾ ਸਾਈਜ਼ ਜਾਂ ਸ਼ੇਪ ਚੇਂਜ ਹੋ ਜਾਂਦਾ ਹੈ ਤਾਂ ਆਪਾਂ ਉਹਨੂੰ ਕਹਾਂਗੇ ਉਹ ਬੋਡੀ ਡਿਫੋਰਮੇਬਲ ਬੋਡੀ ਹੈ। ਸਟੂਡੈਂਟਸ, ਇਨ ਰਿਐਲਿਟੀ ਜੋ ਹੈ ਕੋਈ ਵੀ ਬੋਡੀ ਰਿਜਿਡ ਬੋਡੀ ਨਹੀਂ ਹੁੰਦੀ। ਜਦੋਂ ਵੀ ਆਪਾਂ ਕਿਸੇ ਬੋਡੀ 'ਤੇ ਕੋਈ ਫੋਰਸ ਲਗਾਉਂਦੇ ਹਾਂ ਤਾਂ ਉਸ ਬੋਡੀ ਦਾ ਕੁਛ ਨਾ ਕੁਛ ਸ਼ੇਪ ਜਾਂ ਸਾਈਜ਼ ਚੇਂਜ ਹੁੰਦਾ ਹੈ। ਲੇਕਿਨ ਜੇ ਉਹ ਸਾਈਜ਼ ਜੋ ਚੇਂਜ ਹੁੰਦਾ ਹੈ ਆਪਾਂ ਫੋਰਸ ਲਗਾਉਂਦੇ ਹਾਂ ਬਹੁਤ ਹੀ ਸਮੋਲ ਹੈ, ਬਹੁਤ ਹੀ ਸਮੋਲ ਅਮਾਊਂਟ ਦੇ ਵਿੱਚ ਹੈ, ਤਾਂ ਆਪਾਂ ਉਸ ਨੂੰ ਨੈਗਲੈਕਟ ਕਰ ਸਕਦੇ ਹਾਂ, ਤਾਂ ਉਸ ਬੋਡੀ ਨੂੰ ਆਪਾਂ ਕਹਿ ਦਿੰਦੇ ਹਾਂ ਰਿਜਿਡ ਬੋਡੀ। ਸੋ ਇਸ ਨੂੰ ਆਪਾਂ ਇਸ ਫਿਗਰ ਦੇ ਜ਼ਰੀਏ ਵੀ ਐਕਸਪਲੇਨ ਕਰ ਸਕਦੇ ਹਾਂ। ਦੇਖੋ ਇੱਕ ਬੀਮ ਹੈ, ਉਹ ਸਿੰਪਲੀ ਸਪੋਰਟਡ ਸੈਂਟਰ ਤੋਂ ਕੀਤਾ ਹੋਇਆ, ਸਾਈਡਸ 'ਤੇ ਉਹਦੇ ਜੋ ਕੋਰਨਰਸ 'ਤੇ ਹੈ ਉਸ 'ਤੇ ਉੱਥੇ ਲੋਡ ਲੱਗਿਆ ਹੋਇਆ। ਸੋ ਜਦੋਂ ਲੋਡ ਲੱਗੇਗਾ ਤਾਂ ਜੋ ਬੀਮ ਦੀ ਅਗਰ ਸ਼ੇਪ ਚੇਂਜ ਹੋ ਜਾਂਦੀ ਹੈ ਤਾਂ ਆਪਾਂ ਕਹਾਂਗੇ ਉਹ ਬੀਮ ਕੀ ਹੈ ਡਿਫੋਰਮੇਬਲ ਬੋਡੀ। ਅਗਰ ਉਸ ਬੋਡੀ ਦਾ ਸ਼ੇਪ ਨਹੀਂ ਚੇਂਜ ਹੁੰਦੀ, ਉਹ ਸਟ੍ਰੇਟ ਹੀ ਰਹਿੰਦਾ ਤਾਂ ਆਪਾਂ ਉਸ ਬੋਡੀ ਨੂੰ ਵੀ ਕਹਾਂਗੇ ਰਿਜਿਡ ਬੋਡੀ। ਸੋ ਆਈ ਥਿੰਕ ਇਸ ਦੇ ਨਾਲ ਆਪਾਂ ਨੂੰ ਰਿਜਿਡ ਬੋਡੀ ਔਰ ਡਿਫੋਰਮੇਬਲ ਬੋਡੀ ਦੇ ਵਿੱਚ ਡਿਫਰੈਂਸ ਕਲੀਅਰ ਹੋ ਗਿਆ ਹੋਵੇਗਾ। ਸੋ ਨੈਕਸਟ ਹੈ ਫੰਡਾਮੈਂਟਲ ਕੁਆਂਟਿਟੀ ਐਂਡ ਡਰਾਈਵ ਕੁਆਂਟਿਟੀ। ਸਟੂਡੈਂਟਸ, ਕੁਝ ਕੁਆਂਟਿਟੀ ਐਸੀ ਹੁੰਦੀਆਂ ਆਪਾਂ ਨੂੰ ਇੰਜੀਨੀਅਰਿੰਗ ਮਕੈਨਿਕਸ ਦੇ ਵਿੱਚ ਪੜ੍ਹਨੀਆਂ ਬਹੁਤ ਹੀ ਜ਼ਰੂਰੀ ਹੈ। ਸੋ ਬੇਸਿਕਲੀ ਆਪਾਂ ਨੂੰ ਕੁਆਂਟਿਟੀਜ਼ ਦੀ ਨੌਲੇਜ ਹੋਣਾ ਜ਼ਰੂਰੀ ਹੈ। ਸੋ ਫੰਡਾਮੈਂਟਲ ਔਰ ਡਰਾਈਵ ਕੁਆਂਟਿਟੀ ਕੀ ਹੁੰਦੀਆਂ ਆਪਾਂ ਇਸ ਦੇ ਵਿੱਚ ਦੇਖਦੇ ਹਾਂ। So what is fundamental quantity? The quantity which exists independently, that is cannot be expressed in terms of one another, are called basic or fundamental quantities of mechanics। ਜੋ ਵੀ ਕੁਆਂਟਿਟੀ ਹੈ ਇੰਡੀਪੈਂਡੈਂਟ ਹੋਣਗੀਆਂ, ਇੱਕ ਦੂਜੇ ਦੇ ਕੋਈ ਡਿਪੈਂਡੈਂਟ ਨਹੀਂ ਹੋਣਗੀਆਂ, ਆਪਸ ਦੇ ਵਿੱਚ ਇੰਡੀਪੈਂਡੈਂਟ ਹੋਣਗੀਆਂ, ਤਾਂ ਆਪਾਂ ਉਸਨੂੰ ਕਹਾਂਗੇ ਫੰਡਾਮੈਂਟਲ ਕੁਆਂਟਿਟੀ, ਬੇਸਿਕ ਕੁਆਂਟਿਟੀ। ਜਿਹਨੂੰ ਆਪਾਂ ਕਿਸੇ ਹੋਰ ਦੀ ਫਾਰਮ ਦੇ ਵਿੱਚ ਨਹੀਂ ਲਿਖ ਸਕਦੇ ਉਸ ਨੂੰ ਆਪਾਂ ਕਹਾਂਗੇ ਫੰਡਾਮੈਂਟਲ ਕੁਆਂਟਿਟੀ। ਸੋ ਦੇਖਦੇ ਆਪਾਂ ਕਿਹੜੇ ਕੁਆਂਟਿਟੀ ਹੁੰਦੀ ਹੈ ਫੰਡਾਮੈਂਟਲ। ਸਭ ਤੋਂ ਪਹਿਲਾਂ ਹੈ ਲੈਂਥ। The basic quantity used for measurement the distance between the points in space is called length। ਅਗਰ ਆਪਾਂ ਦੋ ਪੁਆਇੰਟ ਦੇ ਵਿੱਚ ਡਿਸਟੈਂਸ ਨੂੰ ਮੇਜਰ ਕਰਨਾ ਹੈ ਤਾਂ ਆਪਾਂ ਉਸਨੂੰ ਕਿਸ ਦੇ ਨਾਲ ਕਰਾਂਗੇ, ਲੈਂਥ ਦੇ ਨਾਲ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਲੈਂਥ ਨੂੰ ਕੀ ਕਹਿੰਦੇ ਆ ਬੇਸਿਕ ਕੁਆਂਟਿਟੀ। ਲੈਂਥ ਨੂੰ ਆਪਾਂ ਕਿਸ ਨਾਲ ਰਿਪਰੈਜ਼ੈਂਟ ਕਰਦੇ ਹਾਂ, ਕੈਪੀਟਲ ਐਲ। ਕੈਪੀਟਲ ਐਲ ਦੇ ਨਾਲ ਆਪਾਂ ਇਸ ਨੂੰ ਰਿਪਰੈਜ਼ੈਂਟ ਕਰਦੇ ਹਾਂ। ਸੋ ਲੈਂਥ ਕੀ ਹੈ ਫੰਡਾਮੈਂਟਲ ਕੁਆਂਟਿਟੀ, ਕਿਉਂਕਿ ਇਸ ਨੂੰ ਆਪਾਂ ਕਿਸੇ ਹੋਰ ਕੁਆਂਟਿਟੀ ਦੇ ਨਾਲ ਰਿਲੇਟ ਜਾਂ ਡਰਾਈਵ ਨਹੀਂ ਕਰ ਸਕਦੇ। ਸੈਕਿੰਡ ਹੈ ਮਾਸ। ਦ ਅਮਾਊਂਟ ਆਫ ਮੈਟਰ ਕੰਟੇਨਡ ਇਨ ਬੋਡੀ ਇਜ਼ ਕਾਲਡ ਇਟਸ ਮਾਸ। ਕਿਸੇ ਵੀ ਬੋਡੀ ਦੇ ਵਿੱਚ ਕਿੰਨੀ ਅਮਾਊਂਟ ਹੈ ਉਸ ਦੇ ਮੈਟਰ ਦੀ, ਉਸ ਨੂੰ ਆਪਾਂ ਕਹਾਂਗੇ ਮਾਸ। ਸੋ ਇਸ ਨੂੰ ਆਪਾਂ ਡਿਨੋਟ ਕਰਦੇ ਹਾਂ ਕੈਪੀਟਲ ਐਮ ਦੇ ਨਾਲ। ਸੋ ਇਸ ਮਾਸ ਨੂੰ ਜੋ ਹੈ ਆਪਾਂ ਕਿਸੇ ਹੋਰ ਕੁਆਂਟਿਟੀ ਤੋਂ ਡਰਾਈਵ ਨਹੀਂ ਕਰ ਸਕਦੇ, ਤਾਂ ਇਸ ਨੂੰ ਵੀ ਆਪਾਂ ਕਹਾਂਗੇ ਫੰਡਾਮੈਂਟਲ ਕੁਆਂਟਿਟੀ। थर्ड है टाइम। टाइम जो है द बेसिक क्वांटिटी यूज फॉर मेकिंग द फ्लो ऑफ इवेंट्स इन इज कॉल्ड टाइम।
ਕਿਸੇ ਵੀ ਦੋ ਇਵੈਂਟ ਹੋ ਰਹੇ ਆ, ਆਪਾਂ ਉਸ ਨੂੰ ਦੇਖਣਾ ਵੀ ਕਿੰਨੇ ਕਿਸ ਤਰ੍ਹਾਂ ਹੋ ਰਹੇ ਹੈ, ਕਿਸ ਤਰ੍ਹਾਂ ਦੇ ਫਲੋ ਦੇ ਵਿੱਚ ਹੋ ਰਹੇ ਹੈ, ਤਾਂ ਆਪਾਂ ਉਸ ਨੂੰ ਕਿਸ ਤਰ੍ਹਾਂ ਮੇਜਰ ਕਰਾਂਗੇ, ਟਾਈਮ ਦੇ ਨਾਲ। ਆਪਾਂ ਕਹਾਂਗੇ ਇਹ ਟਾਈਮ, ਇਹ ਇਵੈਂਟ ਜੋ ਹੈ ਇਸ ਟਾਈਮ ਤੇ ਹੋਇਆ, ਜੋ ਦੂਸਰਾ ਇਵੈਂਟ ਹੋਇਆ ਇਸ ਟਾਈਮ ਤੇ ਹੋਇਆ। ਸੋ ਇਸ ਟਾਈਮ ਨੂੰ ਵੀ ਅਸੀਂ ਆਪਾਂ ਕਿਸੇ ਹੋਰ ਕੁਆਂਟੀਟੀ ਦੇ ਨਾਲ ਡਰਾਈਵ ਨਹੀਂ ਕਰ ਸਕਦੇ, ਤਾਂ ਇਸ ਨੂੰ ਆਪਾਂ ਡੋਨੇਟ ਕਰਦੇ ਹਾਂ ਕੈਪੀਟਲ ਟੀ ਦੇ ਨਾਲ। ਸੋ ਬੇਸਿਕਲੀ ਆਪਣੇ ਕੋਲ ਜੋ ਹੈ ਤਿੰਨ ਕੁਆਂਟੀਟੀ ਹੈ, ਜੋ ਹੈ ਫੰडामेंटल क्वांटिटी, लेंथ, मास, टाइम। ओके, सो नेक्स्ट है ड्राइव क्वांटिटी। All the quantity other than length, mass and time are called secondary or drive quantities of mechanics। जो भी क्वांटिटी है लेंथ, मास और टाइम तो बिना, उसको ਆਪਾਂ ਕਹਿੰਦੇ ਆ secondary quantity और drive quantity। ਇਹ ਕੁਆਂਟੀਟੀ ਜੋ ਡਰਾਈਵ ਕੁਆਂਟੀਟੀ ਹੈ, ਇਹ ਫੰਡਾਮੈਂਟਲ ਕੁਆਂਟੀਟੀ ਦੀ ਫਾਰਮ ਦੇ ਵਿੱਚ ਹੀ ਲਿਖ ਸਕਦੇ ਹਾਂ ਆਪਾਂ। ਲੇਕਿਨ ਲੈਂਥ ਔਰ ਮਾਸ ਔਰ ਟਾਈਮ ਆਪਾਂ ਨੂੰ ਪਤਾ ਹੈ ਫੰਡਾਮੈਂਟਲ ਕੁਆਂਟੀਟੀ ਹੈ। ਸੋ ਇਸ ਤੋਂ ਬਿਨਾਂ ਜੋ ਵੀ ਕੁਆਂਟੀਟੀਜ਼ ਹੋਣਗੀਆਂ, ਸਾਰੀ ਕੁਆਂਟੀਟੀ ਡਰਾਈਵ ਕੁਆਂਟੀਟੀ ਹੋਣਗੀਆਂ। ਆਪਾਂ ਇਸ ਦੇ ਵਿੱਚ ਕੁਝ ਐਗਜ਼ਾਮਪਲ ਦੇਖ ਲੈਂਦੇ ਹਾਂ ਡਰਾਈਵ ਕੁਆਂਟੀਟੀ ਦੇ ਵਿੱਚ ਕਿਹੜੇ ਐਗਜ਼ਾਮਪਲ ਹੈ। ਸੋ ਇਸ ਦੇ ਵਿੱਚ ਹੈ ਸਪੀਡ ਐਂਡ ਵੈਲੋਸਿਟੀ। ਸਪੀਡ ਐਂਡ ਵੈਲੋਸਿਟੀ ਨੂੰ ਆਪਾਂ ਨੂੰ ਪਤਾ ਹੈ, ਆਪਾਂ ਮੀਟਰ ਪਰ ਸੈਕਿੰਡ ਦੇ ਵਿੱਚ ਡਿਨੋਟ ਕਰਦੇ ਹਾਂ। ਸੋ ਇਹ ਕੁਆਂਟੀਟੀ ਜੋ ਹੈ ਆਪਾਂ फंडामेंटल क्वांटिटी तो ड्राइव की होंगी। उसी तरह एक्सीलरेशन, फोर्स, वेट, डेंसिटी एंड मैनी मोर। इस तरह ये सब जो क्वांटिटीज़ है ये फंडामेंटल क्वांटिटी तो ही ड्राइव करते हैं, आप इसलिए अपन कहते हैं ड्राइव क्वांटिटी। सो नैक्सट है यूनिट्स। जिस तरह अपने को फंडामेंटल और ड्राइव क्वांटिटी सी, सो उन्होंने क्वांटिटी में आप अगर मेजर करना है, कोई भी क्वांटिटी अगर मेजर करना है तो अपन यूनिट्स की लोड़ है। सो इस आप देखा ड्राइव यूनिट्स एंड फंडामेंटल यूनिट्स। सो फर्स्ट है फंडामेंटल यूनिट्स। द यूनिट्स अडॉप्टेड फॉर मेजरिंग द फंडामेंटल क्वांटिटीज लाइक लेंथ, मास एंड टाइम आर कॉल्ड फंडामेंटल यूनिट्स। जो यूनिट्स आप लेंथ, मास और टाइम की मेजरमेंट लिए करते हैं उसको आप कहते हैं फंडामेंटल यूनिट्स। ओके, सेकंड है ड्राइव यूनिट्स। The units which are derived from fundamental units are called drive units. For example, units of velocity, acceleration and pressure. जो यूनिट्स आप फंडामेंटल यूनिट्स तो ड्राइव करते हैं ਆਪਾਂ ਨੂੰ ਕਹਿੰਦੇ हैं ड्राइव यूनिट्स। इस फंडामेंटल यूनिट्स और ड्राइव यूनिट्स ਦੀ ਆਪਾਂ ਅੱਗੇ ਫਰਦਰ ਐਗਜ਼ਾਮਪਲਸ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਹਾਂ। ਸੋ ਇਸ ਦੇ ਵਿੱਚ ਹੈ ਫੰਡਾਮੈਂਟਲ ਕੁਆਂਟੀਟੀ ਹੈ ड्राइव ਕੁਆਂਟੀਟੀ ਦੀਆਂ यूनिट्स। ਸੋ ਸਭ ਤੋਂ ਪਹਿਲਾਂ ਹੈ बेस ਕੁਆਂਟੀਟੀ। बेस ਕੁਆਂਟੀਟੀ ਆਪਾਂ ਜੋ ਇਸ ਨੂੰ ਫੰਡਾਮੈਂਟਲ ਕੁਆਂਟੀਟੀ ਕਹਿੰਦੇ ਹਾਂ। सो इस साइड पर आप देखते हैं तो सब तो पहला है लेंथ। लेंथ में आप किस मेजर करते हैं, यूनिट्स दी इसकी है मीटर्स। लेंथ की यूनिट्स है मीटर्स। उसी तरह मास जो क्वांटिटी है उसकी यूनिट्स की होनी है किलोग्राम या ग्राम। इसमें आप यूनिट्स कहते हैं। SI आप इसमें किलोग्राम के लिखते हैं। उसी तरह टाइम, टाइम के की यूनिट्स है सैकेंड। आप टाइम को किस मेजर करा सैकेंड के। उस तो बाद टैंपरेचर, टैंपरेचर आप किस मेजर करा कैलविन के। इलैक्ट्रिकल करंट की यूनिट्स है एम्पीयर। ओके, ये तो सी बेस क्वांटिटी दी एग्जांपल्स। ओके, उस तो बाद है ड्राइव क्वांटिटी। ड्राइव क्वांटिटी की एग्जांपल्स है वॉल्यूम। वॉल्यूम की यूनिट्स है मीटर क्यूब। और जो मीटर क्यूब है आप लेंथ की यूनिट्स के ही लिख रहे हैं। लेंथ की यूनिट्स ही मीटर, जो वॉल्यूम की यूनिट्स है वो मीटर क्यूब है। सो इसकी फॉर्म के लिखा था अगे अपन कहते हैं ड्राइव यूनिट्स। ड्राइव यूनिट्स की है मीटर क्यूब और ड्राइव क्वांटिटी की है वॉल्यूम। ओके, सो अगे डेंसिटी। डेंसिटी की यूनिट्स है केजी पर मीटर क्यूब। ये भी आप फंडामेंटल यूनिट्स तो लिया गई हैं। उस तरह वेलोसिटी, वेलोसिटी की यूनिट्स है मीटर पर सैकेंड। ये भी फंडामेंटल यूनिट्स तो ही लिया गया। उस तरह फोर्स, फोर्स की जो SI यूनिट है वो तो है न्यूटन। लेकिन आप अगर दूसरी टर्म के लिखा वो की है केजी मीटर पर सैकेंड स्क्वायर। ये भी यूनिट्स जो है ये भी फंडामेंटल यूनिट्स तो ही लिए गई हैं। उस तरह एक्सीलरेशन, एक्सीलरेशन की यूनिट्स की है मीटर पर सैकेंड स्क्वायर। ये भी फंडामेंटल यूनिट्स से ली है। इस तो नाल आपां नूं मैनूं लगदा है क्लीयर हो गया होगा फंडामेंटल यूनिट्स और ड्राइव यूनिट्स के बीच की डिफरेंस है। ओके, सो नैक्सट है सिस्टम ऑफ यूनिट्स। सो इस दे विच आपां नूं की है एक क्वेश्चन आउंदा है वाई वी नीड सिस्टम ऑफ यूनिट्स। आपां नूं सिस्टम ऑफ यूनिट्स की लोड़ क्यों पई, बिकॉज देयर आर मल्टीपल यूनिट्स ऑफ फंडामेंटल क्वांटिटी। क्योंकि फंडामेंटल क्वांटिटी एक तो ज़्यादा यूनिट्स ने।
ਤਾਂ ਕਰਕੇ ਆਪਾਂ ਨੂੰ ਉਸ ਦੇ ਲਈ ਸਿਸਟਮ ਬਣਾਉਣ ਦੀ ਲੋੜ ਪਈ। ਜਿਵੇਂ ਕਿ ਲੈਂਥ ਨੂੰ ਆਪਾਂ ਮੈਜਰ ਕਰ ਸਕਦੇ ਹਾਂ ਮੀਟਰ ਦੇ ਵਿੱਚ, ਸੈਂਟੀਮੀਟਰ ਦੇ ਵਿੱਚ, ਕਿਲੋਮੀਟਰ ਦੇ ਵਿੱਚ। ਓਕੇ, ਸੋ ਮਾਸ ਨੂੰ ਮੈਜਰ ਕਰ ਸਕਦੇ ਹਾਂ ਅਸੀਂ ਕਿਲੋਗ੍ਰਾਮ ਦੇ ਵਿੱਚ, ਪਾਉਂਡ ਦੇ ਵਿੱਚ, ਗ੍ਰਾਮ ਦੇ ਵਿੱਚ। ਔਰ ਟਾਈਮ ਨੂੰ ਅਸੀਂ ਮੈਜਰ ਕਰ ਸਕਦੇ ਹਾਂ ਸੈਕਿੰਡਸ ਦੇ ਵਿੱਚ, ਮਿੰਟਸ ਦੇ ਵਿੱਚ, ਆਵਰਸ ਦੇ ਵਿੱਚ। ਸੋ ਇਹ ਸਭ ਤਿੰਨ ਫੰਡਾਮੈਂਟਲ ਕੁਆਂਟਿਟੀ ਹੈ, ਲੇਕਿਨ ਇਹਨਾਂ ਫੰਡਾਮੈਂਟਲ ਕੁਆਂਟਿਟੀ ਦੀ ਇੱਕ ਤੋਂ ਜ਼ਿਆਦਾ ਯੂਨਿਟਸ ਹੈ, ਲੇਕਿਨ ਆਪਾਂ ਨੂੰ ਇੱਕ ਟਾਈਮ ਤੇ ਇੱਕ ਯੂਨਿਟਸ ਦੀ ਲੋੜ ਪਵੇਗੀ। ਆਪਾਂ ਇਸ ਲਈ ਇੱਕ ਸਿਸਟਮ ਬਣਾਏਗੇ ਯੂਨਿਟਸ ਦੇ, ਆਪਾਂ ਉਸ ਦੇ ਵਿੱਚ, ਉਸ ਸਿਸਟਮ ਦੇ ਵਿੱਚ ਇੱਕ ਹੀ ਯੂਨਿਟਸ ਯੂਜ਼ ਕਰਾਂਗੇ ਉਸ ਕੁਆਂਟਿਟੀ ਦੇ ਲਈ। ਇਸ ਲਈ ਆਪਾਂ ਨੂੰ ਸਿਸਟਮ ਆਫ ਯੂਨਿਟਸ ਬਣਾਉਣ ਦੀ ਲੋੜ ਪਈ। ਸੋ ਸਟੂਡੈਂਟਸ, ਦੇ ਆਰ 4 ਸਿਸਟਮ ਆਫ ਯੂਨਿਟਸ। ਆਪਣੇ ਕੋਲ 4 ਤਰ੍ਹਾਂ ਦੇ ਸਿਸਟਮ ਆਫ ਯੂਨਿਟਸ ਹੈ। ਸੋ ਸਭ ਤੋਂ ਪਹਿਲਾਂ ਕੀ ਹੈ, CGS ਸਿਸਟਮ। CGS ਦੇ ਵਿੱਚ ਅਸੀਂ ਕੀ ਕਰਦੇ ਹਾਂ, ਲੈਂਥ ਨੂੰ ਅਸੀਂ ਮੈਜਰ ਕਰਦੇ ਹਾਂ ਸੈਂਟੀਮੀਟਰ ਦੇ ਵਿੱਚ, ਮਾਸ ਨੂੰ ਅਸੀਂ ਮੈਜਰ ਕਰਦੇ ਹਾਂ ਗ੍ਰਾਮ ਦੇ ਵਿੱਚ, ਟਾਈਮ ਨੂੰ ਅਸੀਂ ਮੈਜਰ ਕਰਦੇ ਹਾਂ ਸੈਕਿੰਡ ਦੇ ਵਿੱਚ। ਉਸ ਤੋਂ ਬਾਅਦ ਹੈ FPS ਸਿਸਟਮ। FPS ਸਿਸਟਮ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਲੈਂਥ ਨੂੰ ਅਸੀਂ ਮੈਜਰ ਕਰਦੇ ਹਾਂ ਫੁੱਟ ਦੇ ਵਿੱਚ, ਮਾਸ ਨੂੰ ਅਸੀਂ ਮੈਜਰ ਕਰਦੇ ਹਾਂ ਪਾਉਂਡ ਦੇ ਵਿੱਚ, ਟਾਈਮ ਨੂੰ ਅਸੀਂ ਮੈਜਰ ਕਰਦੇ ਹਾਂ ਸੈਕਿੰਡ ਦੇ ਵਿੱਚ। ਸਟੂਡੈਂਟਸ, ਇਹ ਸਿਸਟਮ ਜੋ ਹੈ ਜ਼ਿਆਦਾਤਰ ਪੁਰਾਣੇ ਟਾਈਮ ਤੇ ਬ੍ਰਿਟਿਸ਼ ਪੀਪਲ ਜ਼ਿਆਦਾਤਰ ਯੂਜ਼ ਕਰਦੇ ਸੀ। ਉਸ ਤੋਂ ਬਾਅਦ ਹੈ MKS ਸਿਸਟਮ। ਇਸ ਦੇ ਵਿੱਚ ਅਸੀਂ ਮਾਸ ਲੈਂਥ ਨੂੰ ਮੈਜਰ ਕਰਦੇ ਹਾਂ ਮੀਟਰ ਦੇ ਵਿੱਚ, ਮਾਸ ਨੂੰ ਮੈਜਰ ਕਰਦੇ ਹਾਂ ਕਿਲੋਗ੍ਰਾਮ ਦੇ ਵਿੱਚ, ਟਾਈਮ ਨੂੰ ਮੈਜਰ ਕਰਦੇ ਹਾਂ ਸੈਕਿੰਡ ਦੇ ਵਿੱਚ। ਇਹ ਸਿਸਟਮ ਨੂੰ ਆਪਾਂ ਇੱਕ ਹੋਰ ਨਾਮ ਨਾਲ ਕਹਿ ਰਹੇ ਹਾਂ, ਇਹ ਸਿਸਟਮ ਹੈ ਮੈਟ੍ਰਿਕ ਸਿਸਟਮ। ਓਕੇ ਸਟੂਡੈਂਟਸ, ਇਹ ਸਿਸਟਮ ਜੋ ਹੈ ਪਹਿਲਾਂ ਪੁਰਾਣੇ ਟਾਈਮ ਤੇ ਅਲੱਗ-ਅਲੱਗ ਟਾਈਮ ਤੇ ਇਹ ਅਲੱਗ-ਅਲੱਗ ਕੰਟਰੀਜ਼ ਜੋ ਹੈ ਆਪਣੇ ਸਿਸਟਮ ਦੇ ਅਕੋਰਡਿੰਗ ਇਹ ਸਿਸਟਮ ਯੂਜ਼ ਕਰ ਰਹੀਆਂ ਸੀ। ਲੇਕਿਨ ਉਸ ਟਾਈਮ ਤੇ ਵੀ ਆਪਣੇ ਕੋਲ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਜੋ ਇੰਟਰਨੈਸ਼ਨਲੀ ਲੈਵਲ ਤੇ ਐਕਸੈਪਟਡ ਹੋਵੇ। ਉਸ ਟਾਈਮ ਤੇ ਕੋਈ ਕੰਟਰੀ ਕੋਈ ਸਿਸਟਮ ਯੂਜ਼ ਕਰ ਰਹੀ ਸੀ, ਕੋਈ ਕੰਟਰੀ ਕੋਈ ਸਿਸਟਮ ਯੂਜ਼ ਕਰ ਰਹੀ ਸੀ। ਲੇਕਿਨ ਉਸ ਤੋਂ ਬਾਅਦ ਸਭ ਕੰਟਰੀਜ਼ ਨੇ ਮਿਲ ਕੇ ਇੱਕ ਸਿਸਟਮ ਬਣਾਇਆ। ਉਹ ਸਿਸਟਮ ਕੀ ਸੀ, SI ਸਿਸਟਮ। ਇਸ ਸਿਸਟਮ ਨੂੰ ਆਪਾਂ ਕੀ ਕਹਿੰਦੇ, ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ। ਇਸ ਦੇ ਵਿੱਚ 7 ਕੁਆਂਟਿਟੀ ਜੋ ਹੈ ਫੰਡਾਮੈਂਟਲ ਕੁਆਂਟਿਟੀ ਐਡ ਕੀਤੀਆਂ ਗਈਆਂ, 2 ਜੋ ਹੈ ਸਪਲੀਮੈਂਟਰੀ ਕੁਆਂਟਿਟੀ ਐਡ ਕੀਤੀਆਂ ਗਈਆਂ। ਸੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਹਾਂ। ਸੋ SI ਸਿਸਟਮ ਦੇ ਵਿੱਚ ਕੀ ਹੈ, 7 ਫੰਡਾਮੈਂਟਲ ਕੁਆਂਟਿਟੀ ਹੈ ਔਰ 2 ਸਪਲੀਮੈਂਟਰੀ ਕੁਆਂਟਿਟੀ ਹੈ। ਜਦੋਂ SI ਸਿਸਟਮ ਬਣਾਇਆ ਗਿਆ ਉਦੋਂ ਉਸ ਟਾਈਮ ਤੇ ਸਿਰਫ 7 ਫੰਡਾਮੈਂਟਲ ਕੁਆਂਟਿਟੀ ਹੀ ਐਡ ਕੀਤੀਆਂ ਗਈਆਂ। ਮਤਲਬ ਕਿ ਇਹ ਕੁਆਂਟਿਟੀ ਹੈ ਕਿਸੇ ਹੋਰ ਚੀਜ਼ ਤੋਂ ਡਰਾਈਵ ਨਹੀਂ ਕੀਤੀਆਂ ਗਈਆਂ। ਲੇਕਿਨ ਬਾਅਦ ਵਿੱਚ ਵਿਦ ਟਾਈਮ 2 ਸਪਲੀਮੈਂਟਰੀ ਹੋਰ ਐਡ ਕੀਤੀਆਂ ਗਈਆਂ, ਕਿਉਂਕਿ ਇਹ ਜੋ ਸਪਲੀਮੈਂਟਰੀ ਕੁਆਂਟਿਟੀ ਹੈ ਇਹ ਵੀ ਕਿਸੇ ਹੋਰ ਕੁਆਂਟਿਟੀ ਤੋਂ ਡਰਾਈਵ ਨਹੀਂ ਕੀਤੀਆਂ ਜਾ ਸਕਦੀਆਂ। ਬੇਸਿਕਲੀ ਇਹ ਵੀ ਫੰਡਾਮੈਂਟਲ ਕੁਆਂਟਿਟੀ ਹੈ, ਲੇਕਿਨ ਇਹਨਾਂ ਨੂੰ ਬਾਅਦ ਵਿੱਚ ਐਡ ਕੀਤਾ ਗਿਆ, ਤਾਂ ਕਰਕੇ ਇਸ ਨੂੰ ਕਹਿ ਰਹੇ ਹਾਂ ਸਪਲੀਮੈਂਟਰੀ ਕੁਆਂਟਿਟੀ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿਹੜੀਆਂ 7 ਫੰਡਾਮੈਂਟਲ ਕੁਆਂਟਿਟੀ ਹੈ ਔਰ 2 ਸਪਲੀਮੈਂਟਰੀ ਕੁਆਂਟਿਟੀ ਹੈ। ਇਸ ਦੇ ਵਿੱਚ ਹੈ ਲੈਂਥ ਨੂੰ ਅਸੀਂ ਮੇਜਰ ਕਰਦੇ ਹਾਂ ਮੀਟਰ ਦੇ ਵਿੱਚ, ਮਾਸ ਨੂੰ ਅਸੀਂ ਮੇਜਰ ਕਰਦੇ ਹਾਂ ਕਿਲੋਗ੍ਰਾਮ ਦੇ ਵਿੱਚ, ਟਾਈਮ ਨੂੰ ਅਸੀਂ ਮੇਜਰ ਕਰਦੇ ਹਾਂ ਸੈਕਿੰਡ ਦੇ ਵਿੱਚ, ਇਲੈਕਟ੍ਰਿਕ ਕਰੰਟ ਨੂੰ ਅਸੀਂ ਮੇਜਰ ਕਰਦੇ ਹਾਂ ਐਂਪੀਅਰ ਦੇ ਵਿੱਚ, ਟੈਂਪਰੇਚਰ ਨੂੰ ਅਸੀਂ ਮੇਜਰ ਕਰਦੇ ਹਾਂ ਕੈਲਵਿਨ ਦੇ ਵਿੱਚ। ਲਿਮੀਨਸ ਇੰਟੈਂਸਿਟੀ ਨੂੰ ਅਸੀਂ ਮੇਜਰ ਕਰਦੇ ਹਾਂ ਕੈਂਡੇਲਾ ਵਿੱਚ, ਅਮਾਊਂਟ ਆਫ ਸਬਸਟੈਂਸ ਇਸ ਨੂੰ ਅਸੀਂ ਮੇਜਰ ਕਰਦੇ ਹਾਂ ਮੋਲ ਦੇ ਵਿੱਚ। ਸੋ ਇਹ ਤਾਂ ਹੈ 7 ਫੰਡਾਮੈਂਟਲ ਕੁਆਂਟਿਟੀ। ਉਸ ਤੋਂ ਬਾਅਦ 2 ਸਪਲੀਮੈਂਟਰੀ ਕੁਆਂਟਿਟੀ। ਸੋ ਇਸ ਦੇ ਵਿੱਚ ਕੀ ਹੈ, ਫਸਟ ਹੈ ਪਲੇਨ ਐਂਗਲ ਨੂੰ ਅਸੀਂ ਮੇਜਰ ਕਰਦੇ ਹਾਂ ਰੇਡੀਅਨ ਦੇ ਵਿੱਚ, ਸੋਲਿਡ ਐਂਗਲ ਨੂੰ ਅਸੀਂ ਮੇਜਰ ਕਰਦੇ ਹਾਂ ਸਟੀਰੇਡੀਅਨ ਦੇ ਵਿੱਚ। ਸੋ ਇਹ ਟੋਟਲ ਜੋ ਹੈ 9 ਕੁਆਂਟਿਟੀ ਹੈ SI ਸਿਸਟਮ ਦੀ। ਸੋ ਇਹ ਸਾਰੀ ਹੀ ਜੋ 9 ਕੁਆਂਟਿਟੀ ਹੈ ਇਹੀ ਸਾਰਾ SI ਸਿਸਟਮ ਨੂੰ ਬਣਾਉਂਦੀ ਹੈ। ਇੰਡੀਆ ਦੇ ਵਿੱਚ ਵੀ SI ਸਿਸਟਮ ਹੀ ਅਸੀਂ ਯੂਜ਼ ਕਰਦੇ ਹਾਂ। ਸੋ ਸਟੂਡੈਂਟਸ, ਇਸ ਦੇ ਨਾਲ ਹੀ ਜੋ ਆਪਣਾ ਚੈਪਟਰ 1 ਇੰਟਰੋਡਕਸ਼ਨ ਪਾਰਟ ਉਹ ਕਵਰ ਹੋ ਗਿਆ ਹੈ। ਸੋ ਇਸ ਦੇ ਵਿੱਚ ਅਗਰ ਤੁਹਾਨੂੰ ਕੋਈ ਡਾਊਟ ਜਾਂ ਕੁਐਰੀ ਹੈ ਤਾਂ ਤੁਸੀਂ ਇਸ ਵੀਡੀਓ ਤੇ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ।